प्यारे बच्चों, सत श्री अकाल। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਵਾਰਤਕ ਲੇਖ ਬਾਰੇ ਗੱਲ ਕਰਾਂਗੇ। ਆਪਣੀ ਪੁਸਤਕ ਸਾਹਿਤਮਾਲਾ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਪਹਿਲੇ ਭਾਗ ਦੇ ਵਿੱਚ ਕਵਿਤਾਵਾਂ ਨੇ ਤੇ ਦੂਸਰਾ ਭਾਗ ਵਾਰਤਕ ਲੇਖਾਂ ਵਾਲਾ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਲਿਖਾਰੀਆਂ ਨੇ ਲੇਖ ਲਿਖੇ ਹੋਏ ਹੈ। ਜਿਹੜੇ ਪਹਿਲੇ ਲੇਖ ਹੈ ਉਹ ਮੁੱਢਲੇ ਪੰਜਾਬੀ ਦੇ ਵਿਦਵਾਨਾਂ ਦੁਆਰਾ ਲਿਖੇ ਗਏ ਹੈ, ਤਾਂ ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਅਜੋਕੀ ਪੰਜਾਬੀ ਨਾਲੋਂ ਥੋੜੀ ਜਿਹੀ ਵੱਖਰੀ ਹੈ। ਉਸ ਤੋਂ ਬਾਅਦ ਵਾਲੇ ਜਿਹੜੇ ਲੇਖਕ ਹੈ, ਜਿਵੇਂ ਜਿਵੇਂ ਅਸੀਂ ਤਰਤੀਬਵਾਰ ਉਹਨਾਂ ਦੇ ਲੇਖ ਪੜ੍ਹਦੇ ਜਾਂਦੇ ਹਾਂ ਤਾਂ ਸਾਨੂੰ ਪੰਜਾਬੀ ਦਾ ਸੁਧਰਿਆ ਹੋਇਆ ਰੂਪ ਦਿਖਾਈ ਦਿੰਦਾ। ਉਸ ਤੋਂ ਬਾਅਦ ਲਾਲ ਸਿੰਘ ਕਮਲਾ ਅਕਾਲੀ ਤੇ ਹੋਰ ਜਿਹੜੇ ਲੇਖਕ ਨੇ, ਉਹਨਾਂ ਦੇ ਬਹੁਤ ਹੀ ਵਧੀਆ ਚੁਣਵੇਂ ਲੇਖ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤੇ ਗਏ ਆ। ਆਮ ਤੌਰ ਤੇ ਵਾਰਤਕ ਲੇਖ ਹੈ ਜਿਹੜੇ ਉਹਨਾਂ ਨੂੰ ਵਿਦਿਆਰਥੀ ਉਨੀ ਦਿਲਚਸਪੀ ਦੇ ਨਾਲ ਨਹੀਂ ਪੜ੍ਹਦੇ ਜਿੰਨੇ ਕਿ ਸਾਹਿਤ ਦੇ ਦੂਸਰੇ ਰੂਪਾਂ ਨੂੰ ਪੜ੍ਹਦੇ ਹੈ। ਭਾਵ ਕਵਿਤਾ ਪੜ੍ਹਨ ਲੱਗੇ ਉਹ ਬਹੁਤ ਆਨੰਦ ਲੈਂਦੇ ਹੈ, ਕਹਾਣੀਆਂ ਉਹਨਾਂ ਨੂੰ ਬਹੁਤ ਰੌਚਕ ਲੱਗਦੀਆਂ ਨੇ, ਨਾਵਲ ਦੇ ਵਿੱਚ ਉਹ ਬਹੁਤ ਉਤਸੁਕਤਾ ਦਿਖਾਉਂਦੇ ਹੈ। ਪਰ ਜਦੋਂ ਲੇਖ ਪੜ੍ਹਦੇ ਹਾਂ ਅਸੀਂ ਵਾਰਤਕ ਲੇਖ, ਤਾਂ ਉਹ ਉਹਨਾਂ ਨੂੰ ਬਹੁਤੇ ਦਿਲਚਸਪ ਨਹੀਂ ਲੱਗਦੇ। ਇਹਦਾ ਕਾਰਨ ਬੱਚਿਓ ਇਹ ਹੈ ਕਿ ਨਾਵਲ ਜਾਂ ਕਹਾਣੀ ਜਾਂ ਕਵਿਤਾ ਹੈ ਜਿਹੜੇ, ਉਹਨਾਂ ਦੇ ਵਿੱਚ ਕਲਪਨਾ ਦੇ ਅੰਸ਼ ਜ਼ਿਆਦਾ ਹੁੰਦੇ ਹੈ ਤੇ ਉਹ ਮਨੋਰੰਜਨ ਦੇ ਗੱਲ ਨੂੰ ਮੁੱਖ ਰੱਖ ਕੇ ਪਾਠਕ ਨੂੰ ਮਨੋਰੰਜਨ ਦੇਣ ਦੇ ਲਈ ਇਸ ਵਿਧਾ ਦੇ ਵਿੱਚ ਲਿਖੇ ਜਾਂਦੇ ਆ। ਪਰ ਜਿਹੜੇ ਲੇਖ ਨੇ ਉਹਨਾਂ ਦੇ ਵਿੱਚ ਕਲਪਨਾ ਦਾ ਅੰਸ਼ ਇੰਨਾ ਜ਼ਿਆਦਾ ਨਹੀਂ ਹੁੰਦਾ, ਕਿਉਂਕਿ ਇਹ ਤਰਕ ਭਰਪੂਰ ਹੁੰਦੇ ਆ। ਇਹਨਾਂ ਦੇ ਵਿੱਚ ਜ਼ਿਆਦਾ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਮਿਲਦੀ ਹੈ। ਇਸ ਕਰਕੇ ਕਈ ਵਾਰ ਵਿਦਿਆਰਥੀਆਂ ਨੂੰ ਇਹ ਓਨੇ ਰੌਚਕ ਨਹੀਂ ਲੱਗਦੇ ਤੇ ਥੋੜਾ ਜਿਹਾ ਰੁੱਖਾਪਣ ਹੈ ਜਿਹੜਾ ਉਹ ਇਹਨਾਂ ਦੇ ਵਿੱਚ ਦਿਖਾਈ ਦਿੰਦਾ। ਪਰ ਜਦੋਂ ਅਸੀਂ ਸਾਡੇ ਜਿਹੜੇ ਪਾਠਕ੍ਰਮ ਦੇ ਵਿੱਚ ਸ਼ਾਮਲ ਲੇਖ ਹੈ ਉਹਨਾਂ ਦੇ ਵਿੱਚ ਸੂਬਾ ਸਿੰਘ ਦੀ ਗੱਲ ਕਰਦੇ ਹਾਂ, ਤਾਂ ਇਸ ਵਿਅਕਤੀ ਦੁਆਰਾ ਲਿਖੇ ਹੋਏ ਲੇਖ ਕਦੇ ਵੀ ਕਿਸੇ ਵੀ ਵਿਦਿਆਰਥੀ ਨੂੰ ਇਸ ਤਰ੍ਹਾਂ ਨਹੀਂ ਲੱਗਦੇ ਕਿ ਇਹ ਰੌਚਕ ਨਹੀਂ ਜਾਂ ਇਹ ਦਿਲਚਸਪ ਨਹੀਂ। ਇਹਦਾ ਮੁੱਖ ਕਾਰਨ ਇਹ ਹੈ ਕਿ ਸੂਬਾ ਸਿੰਘ ਦੇ ਜਿਹੜੇ ਲੇਖ ਨੇ ਉਹ ਹਮੇਸ਼ਾ ਹੀ ਹਾਸ ਰਸੀ ਹੁੰਦੇ ਆ। ਭਾਵੇਂ ਲੇਖ ਦਾ ਵਿਸ਼ਾ ਜਿਹੜਾ ਉਹ ਗੰਭੀਰ ਹੀ ਕਿਉਂ ਨਾ ਹੋਵੇ, ਉਹ ਇਸ ਵਿਧਾ ਦੇ ਵਿੱਚ ਇਸ ਢੰਗ ਦੇ ਨਾਲ ਲਿਖਦਾ ਹੈ ਕਿ ਆਪਣੇ ਆਪ ਹੀ ਪਾਠਕ ਨੂੰ ਉਹਦੇ ਵਿੱਚੋਂ ਹਾਸਾ ਆਉਂਦਾ। ਭਾਵ ਹਾਸਾ ਉਪਜਦਾ ਹੋਣ ਕਰਕੇ ਰੌਚਕਤਾ ਬਣੀ ਰਹਿੰਦੀ ਹੈ ਤੇ ਵਿਦਿਆਰਥੀ ਬੜੀ ਹੀ ਦਿਲਚਸਪੀ ਦੇ ਨਾਲ ਪੜ੍ਹਦੇ ਹੈ। ਇਹੀ ਇਸ ਲੇਖਕ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਤਾਂ ਅਸੀਂ ਅੱਜ ਜਿਹੜਾ ਆਪਣਾ ਲੇਖ ਪੜ੍ਹਨਾ ਹੈ ਇਹ ਬੇਟਾ ਸੂਬਾ ਸਿੰਘ ਦਾ ਲਿਖਿਆ ਹੋਇਆ ਹੈ। ਲੇਖ ਦਾ ਨਾਮ ਹੈ ਵਹਿਮੀ ਤਾਇਆ। ਤਾਂ ਇਹ ਲੇਖ ਪੜ੍ਹਨ ਤੋਂ ਪਹਿਲਾਂ ਅਸੀਂ ਲੇਖਕ ਬਾਰੇ ਥੋੜਾ ਜਿਹਾ ਜਾਣ ਲਈਏ। ਸੂਬਾ ਸਿੰਘ ਦਾ ਜਨਮ 1912 ਈਸਵੀ ਦੇ ਵਿੱਚ ਪਿੰਡ ਉਦੋਂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਸਰਦਾਰ ਰਾਮ ਸਿੰਘ ਸੀ। ਉਸ ਸਮੇਂ ਉਸਨੇ MA ਹਿਸਾਬ ਵਿਸ਼ੇ ਦੇ ਵਿੱਚ ਕੀਤੀ। ਭਾਵ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਸ ਤੋਂ ਬਾਅਦ ਫੌਜ ਦੇ ਵਿੱਚ ਭਰਤੀ ਹੋ ਗਿਆ। ਤਾਂ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਇਹਨੇ ਕਈ ਤਸੀਹੇ ਸਹੇ, ਕਿਉਂਕਿ ਦੂਸਰੇ ਸੰਸਾਰ ਯੁੱਧ ਵਿੱਚ ਜਾਪਾਨੀਆਂ ਦੀ ਕੈਦ ਕੱਟਣੀ ਪਈ ਤੇ ਫਿਰ ਕੁਝ ਸਮਾਂ ਸਿੰਗਾਪੁਰ ਤੇ ਮੁਲਤਾਨ ਦੀਆਂ ਜੇਲ੍ਹਾਂ ਦੇ ਵਿੱਚ ਵੀ ਕੈਦ ਰਿਹਾ। ਤਾਂ ਇਹਨੇ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਪੱਤਰਕਾਰੀ ਕੀਤੀ। ਪੱਤਰਕਾਰੀ ਭਾਵ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਛਾਪਦੇ ਨੇ ਨਾ, ਪੱਤਰਕਾਰ ਇਕੱਠੀਆਂ ਕਰਦੇ ਨੇ ਖਬਰਾਂ, ਉਹਨੂੰ ਪੱਤਰਕਾਰੀ ਕਹਿੰਦੇ ਹੈ। ਫਿਰ ਇਹਨੇ ਅਖਬਾਰਾਂ ਦੀ ਸੰਪਾਦਕੀ ਵੀ ਕੀਤੀ ਤੇ ਲੋਕ ਸੰਪਰਕ ਵਿਭਾਗ ਦਾ ਅਧਿਕਾਰੀ ਵੀ ਰਿਹਾ। ਉਸ ਤੋਂ ਬਾਅਦ ਇਹ ਬਹੁਤ ਉੱਚ ਪਦਵੀਆਂ ਤੇ ਰਹੇ
ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਉਂਤ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਤੇ ਪੰਜਾਬ ਸਕੱਤਰੇਤ ਵਿੱਚ ਪ੍ਰੈਸ ਸਕੱਤਰ ਵੀ ਰਹੇ। ਭਾਵ ਫੌਜ ਤੋਂ ਸ਼ੁਰੂ ਕਰਕੇ ਨੌਕਰੀ ਬਹੁਤ ਉੱਚੀਆਂ ਪਦਵੀਆਂ ਤੱਕ ਇਹ ਵਿਅਕਤੀ ਹੈ ਜਿਹੜਾ ਉਹ ਆਪਣੀ ਕਾਬਲੀਅਤ ਦੇ ਸਿਰ ਤੇ ਪਹੁੰਚਿਆ। ਪਰ ਇਹਦੀ ਲੇਖਕ ਦੇ ਤੌਰ ਤੇ ਜਿਹੜੀ ਪਹਿਚਾਣ ਹੈ ਉਹ ਹਾਸ ਵਿਅੰਗ ਕਰਕੇ ਬਣੀ। ਇਹ ਇੰਨੇ ਵਿਅੰਗਮਈ ਢੰਗ ਦੇ ਨਾਲ ਲਿਖਦਾ ਹੈ ਕਿ ਆਪਣੇ ਆਪ ਹੀ ਪਾਠਕ ਹੈ ਜਿਹੜਾ ਉਹ ਉਸ ਨੂੰ ਹਾਸਾ ਆਉਂਦਾ ਹੈ। ਇਹਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕੋਈ ਬਹੁਤ ਗੰਭੀਰ ਵਿਸ਼ਾ ਹੈ ਫਿਰ ਵੀ ਉਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੇਸ਼ਕਾਰੀ ਕਰਦਾ ਹੈ ਕਿ ਹਾਸਾ ਆ ਜਾਂਦਾ ਹੈ, ਜਾਂ ਕੋਈ ਬਹੁਤ ਹਾਸੇ ਵਾਲੀ ਗੱਲ ਹੈ ਤਾਂ ਉਹਨੂੰ ਇਸ ਢੰਗ ਦੇ ਨਾਲ ਲਿਖਦਾ ਹੈ ਕਿ ਉਹ ਬਹੁਤ ਹੀ ਗੰਭੀਰ ਵਿਸ਼ਾ ਬਣ ਜਾਂਦਾ ਹੈ। ਤਾਂ ਅਜਿਹੀ ਸ਼ੈਲੀ ਹੈ ਜਿਹੜੀ ਉਸ ਨੇ ਹੀ ਇਸ ਲੇਖਕ ਨੂੰ ਵਿਸ਼ੇਸ਼ ਪਹਿਚਾਣ ਦਿਵਾਈ ਹੈ ਤੇ ਪਾਠਕ ਹੈ ਜਿਹੜਾ ਉਸ ਦੀ ਰਚਨਾ ਨੂੰ ਬਹੁਤ ਦਿਲਚਸਪੀ ਤੇ ਸਵਾਦ ਦੇ ਨਾਲ ਪੜ੍ਹਦਾ ਹੈ। ਕਵਿਤਾ ਹੈ ਜਿਹੜੀ ਉਹ ਵੀ ਇਸ ਲੇਖਕ ਨੇ ਲਿਖੀ ਤੇ ਕਵੀ ਦੇ ਤੌਰ ਤੇ ਆਪਣੀ ਪਹਿਚਾਣ ਬਣਾਈ। ਹੀਰ ਸੂਬਾ ਸਿੰਘ ਬਹੁਤ ਹੀ ਮਸ਼ਹੂਰ ਹੋਈ। ਇਸ ਤੋਂ ਇਲਾਵਾ ਇਸ ਦੀਆਂ ਪੁਸਤਕਾਂ ਨੇ ਅੱਗ ਤੇ ਪਾਣੀ, ਤੋਪਾਂ ਦੇ ਪਰਛਾਵਿਆਂ ਥੱਲਿਓਂ, ਗਲਤੀਆਂ ਤੇ ਅਲੋਪ ਹੋ ਰਹੇ ਚੇਟਕ। ਇਹ ਪੁਸਤਕਾਂ ਜੇ ਤੁਹਾਨੂੰ ਕਦੇ ਮੌਕਾ ਮਿਲੇ ਤਾਂ ਤੁਸੀਂ ਸਕੂਲ ਦੀ ਲਾਇਬ੍ਰੇਰੀ ਦੇ ਵਿੱਚੋਂ ਲੈ ਕੇ ਪੜ੍ਹ ਸਕਦੇ ਹੋ। ਅਲੋਪ ਹੋ ਰਹੇ ਚੇਟਕ ਹੈ ਜਿਹੜੀ ਇਹ ਕਾਫੀ ਪ੍ਰਸਿੱਧ ਪੁਸਤਕ ਹੈ ਤੇ ਇਹਦੇ ਲੇਖ ਬਹੁਤ ਹੀ ਦਿਲਚਸਪ ਹੈ। ਤਾਂ ਹੁਣ ਅਸੀਂ ਵਹਿਮੀ ਤਾਇਆ ਲੇਖ ਬਾਰੇ ਪੜ੍ਹਦੇ ਹਾਂ। ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਇਹਦਾ ਨਾਂ ਹੀ ਸਾਨੂੰ ਦੱਸਦਾ ਹੈ ਕਿ ਇੱਕ ਵਿਅਕਤੀ ਦਾ ਰੇਖਾ ਚਿੱਤਰ ਪੇਸ਼ ਕੀਤਾ ਹੈ, ਭਾਵ ਇੱਕ ਵਿਅਕਤੀ ਬਾਰੇ ਦੱਸਿਆ ਗਿਆ ਇਸ ਲੇਖ ਦੇ ਵਿੱਚ ਜਿਹੜਾ ਕਿ ਰਿਸ਼ਤੇਦਾਰੀ ਦੇ ਵਿੱਚ ਲੇਖਕ ਦਾ ਤਾਇਆ ਲੱਗਦਾ। ਤਾਂ ਉਹਨੇ ਆਪਣੇ ਤਾਏ ਦੇ ਸੁਭਾਅ ਦਾ ਚਿਤਰਨ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਸੀ। ਹੁਣ ਇਹਦਾ ਸਿਰਲੇਖ ਹੀ ਲੇਖ ਦਾ ਸਾਨੂੰ ਦੱਸਦਾ ਹੈ ਕਿ ਉਹ ਵਹਿਮੀ ਸੀ। ਵਹਿਮੀ ਭਾਵ ਬਹੁਤ ਜ਼ਿਆਦਾ ਵਹਿਮ ਕਰਦਾ ਸੀ। ਹੁਣ ਵਹਿਮ ਕਿਸ ਤਰ੍ਹਾਂ ਹੁੰਦੇ ਨੇ ਕਿ ਸਾਨੂੰ ਕਈ ਵਾਰ ਲੱਗਦਾ ਹੈ ਕਿ ਇਸ ਤਰ੍ਹਾਂ ਨਾਲ ਵਾਪਰ ਰਿਹਾ ਹੈ, ਪਰ ਅਸਲ ਦੇ ਵਿੱਚ ਉਹ ਹੁੰਦਾ ਨਹੀਂ, ਉਹੀ ਸਾਡਾ ਵਹਿਮ ਹੁੰਦਾ। ਜਾਂ ਕਈ ਵਾਰ ਅਸੀਂ ਕਹਿੰਦੇ ਆ ਬਾਹਰ ਜਾ ਕੇ ਦੇਖ ਕੇ ਆਉਨੇ ਆ ਕਿ ਸ਼ਾਇਦ ਬਾਹਰ ਕਿਸੇ ਨੇ ਆਵਾਜ਼ ਮਾਰੀ ਸਾਨੂੰ, ਬਾਹਰ ਜਾ ਕੇ ਦੇਖਦੇ ਆ ਕੋਈ ਵੀ ਨਹੀਂ ਹੁੰਦਾ ਤਾਂ ਅਸੀਂ ਸੋਚਦੇ ਹਾਂ ਵੀ ਸਾਨੂੰ ਵਹਿਮ ਹੋ ਗਿਆ ਸੀ, ਭਾਵ ਸਾਨੂੰ ਮਹਿਸੂਸ ਹੋਇਆ ਪਰ ਗੱਲ ਹੈ ਨਹੀਂ ਸੀ, ਤਾਂ ਉਹਨੂੰ ਵਹਿਮ ਕਹਿੰਦੇ ਨੇ। ਤਾਂ ਇਹ ਜਿਹੜਾ ਹੈ ਵਹਿਮੀ ਤਾਇਆ ਲੇਖਕ ਦਾ, ਇਸ ਨੂੰ ਅਜੀਬ ਤਰ੍ਹਾਂ ਦੇ ਵਹਿਮ ਹੁੰਦੇ ਆ। ਤਾਂ ਉਹ ਵਹਿਮ ਕਿਹੜੇ ਕਿਹੜੇ ਹੈ, ਉਹਨਾਂ ਵਹਿਮਾਂ ਦੇ ਦੌਰਾਨ ਇਹ ਤਾਇਆ ਜਿਹੜਾ ਉਹ ਕੀ ਕੁਝ ਕਰਦਾ ਹੈ, ਉਸ ਦੇ ਵਿੱਚੋਂ ਹੀ ਹਾਸਾ ਉਪਜਦਾ। ਤਾਂ ਉਂਝ ਤਾਂ ਬੇਟਾ ਇਹ ਇੱਕ ਗੰਭੀਰ ਵਿਸ਼ਾ ਹੈ ਕਿ ਜੇਕਰ ਕਿਸੇ ਪਰਿਵਾਰ ਦੇ ਵਿੱਚ, ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਅਜਿਹਾ ਵਿਅਕਤੀ ਹੋਵੇ ਜਿਹੜਾ ਛੋਟੀਆਂ-ਛੋਟੀਆਂ ਗੱਲਾਂ ਤੇ ਇੰਨੇ ਜ਼ਿਆਦਾ ਵਹਿਮ ਕਰਦਾ ਹੋਵੇ, ਤਾਂ ਉਹਦੇ ਨਾਲ ਤਾਂ ਰਹਿਣਾ ਬਹੁਤ ਔਖਾ ਹੈ, ਕਿਉਂਕਿ ਪਤਾ ਹੀ ਨਹੀਂ ਕਦੋਂ ਉਸ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਵਹਿਮ ਹੋ ਜਾਣਾ। ਤਾਂ ਉਹਦੇ ਨਾਲ ਸਾਰੇ ਪਰਿਵਾਰ ਨੂੰ ਹੀ ਪਰੇਸ਼ਾਨੀ ਹੁੰਦੀ ਹੈ, ਕਿਉਂਕਿ ਸਾਡੇ ਪਰਿਵਾਰ ਦਾ ਜੇ ਕੋਈ ਇੱਕ ਜੀ ਪਰੇਸ਼ਾਨ ਹੈ ਤਾਂ ਦੂਸਰੇ ਹੈ ਜਿਹੜੇ ਉਸ ਦੀ ਪਰੇਸ਼ਾਨੀ ਦੇ ਕਾਰਨ ਆਪ ਵੀ ਪਰੇਸ਼ਾਨ ਹੁੰਦੇ। ਪਰ ਇਸ ਗੱਲ ਨੂੰ, ਇਸ ਗੰਭੀਰ ਵਿਸ਼ੇ ਨੂੰ ਸੂਬਾ ਸਿੰਘ ਨੇ ਬਹੁਤ ਹੀ ਹਲਕੇ ਫੁਲਕੇ ਢੰਗ ਦੇ ਨਾਲ ਪੇਸ਼ ਕੀਤਾ। ਤਾਂ ਇਹ ਜਿਹੜਾ ਵਹਿਮੀ ਤਾਇਆ ਹੈ, ਇਸ ਦਾ ਨਾਮ ਮਨਸਾ ਰਾਮ ਹੈ। ਤਾਂ ਮਨਸਾ ਰਾਮ ਹੈ ਜਿਹੜਾ, ਉਸਨੂੰ ਕਿਸ ਤਰ੍ਹਾਂ ਦਾ ਵਹਿਮ ਹੁੰਦਾ ਜਾਂ ਕੀ ਵਹਿਮ ਕਰਦਾ ਹੈ, ਆਓ ਪੜ੍ਹੀਏ। ਤਾਂ ਇਸ ਲੇਖ ਦੇ ਵਿੱਚ ਬੇਟਾ ਲੇਖਕ ਦੱਸਦਾ ਹੈ ਕਿ ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਹੈ ਜਿਹੜਾ ਉਹ ਵਹਿਮੀ ਆਖਦਾ। ਅਸਲ ਦੇ ਵਿੱਚ ਕੋਈ ਵੀ ਵਹਿਮ ਹੈ ਜਿਹੜਾ ਉਹ ਐਂ ਲੱਗਦਾ ਹੈ ਜਿਵੇਂ ਕਿ ਉੱਡ ਕੇ ਤਾਇਆ ਮਨਸਾ ਰਾਮ ਨੂੰ ਚੁੰਬੜਦਾ, ਕਿਉਂਕਿ ਇੰਨੇ ਜ਼ਿਆਦਾ ਉਹ ਵਹਿਮ ਕਰਦਾ ਹੈ। ਸਾਰੀ ਜ਼ਿੰਦਗੀ ਤਰ੍ਹਾਂ ਦੇ ਵਹਿਮ ਉਹਨੂੰ ਚੁੰਬੜੇ ਰਹਿੰਦੇ ਹੈ। ਕਦੇ ਇੱਕ ਤਰ੍ਹਾਂ ਦਾ ਵਹਿਮ ਥੋੜੀ ਦੇਰ ਉਹ ਰਹਿੰਦਾ ਹੈ, ਤਾਂ ਫਿਰ ਦੂਸਰੀ ਤਰ੍ਹਾਂ ਦਾ ਵਹਿਮ, ਫਿਰ ਤੀਸਰੀ ਤਰ੍ਹਾਂ ਦਾ ਵਹਿਮ, ਤੇ ਛੇਤੀ ਕਿਤੇ ਉਹ ਵਹਿਮ ਨੂੰ ਜਾਣ ਨਹੀਂ ਦਿੰਦਾ। ਤਾਂ ਹੁਣ ਲੇਖਕ ਹੈ ਜਿਹੜਾ ਉਹ ਦੱਸਦਾ ਹੈ, ਕਹਿੰਦਾ ਜਦੋਂ ਮੈਂ ਪਹਿਲੀ ਵਾਰ ਆਪਣੇ ਤਾਏ ਨੂੰ ਮਿਲਿਆ ਸੀ
ਤਾਂ ਉਹਨੂੰ ਇਹ ਵਹਿਮ ਸੀ ਕਿ ਉਹਨੂੰ ਥੋੜੀ ਥੋੜੀ ਭੱਖ ਰਹਿੰਦੀ ਹੈ, ਯਾਨੀ ਕਿ ਉਹਦਾ ਸਰੀਰ ਹੈ ਜਿਹੜਾ ਉਹ ਨਿੱਘਾ ਰਹਿੰਦਾ ਹੈ, ਉਹਨੂੰ ਥੋੜਾ ਥੋੜਾ ਬੁਖਾਰ ਰਹਿੰਦਾ ਹੈ। ਤਾਂ ਇਹਦੇ ਵਿੱਚ ਲੇਖਕ ਦੱਸਦਾ ਜਦੋਂ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਤਾਂ ਉਹਨੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ, ਆਪਣਾ ਇੱਕ ਹੱਥ ਹੈ ਜਿਹੜਾ ਦੂਸਰੇ ਹੱਥ ਦੀ ਨਬਜ਼ ਤੇ ਰੱਖਿਆ ਹੋਇਆ ਸੀ। ਤੇ ਮੈਂ ਕਹਿੰਦਾ ਉਹਨੂੰ ਕਿਹਾ ਵੀ ਦੇਖ ਕੇ ਉਸਦੇ ਸਰੀਰ ਨੂੰ ਕਿ ਤਾਇਆ ਤੇਰਾ ਸਰੀਰ ਗਰਮ ਤਾਂ ਲੱਗਦਾ ਨਹੀਂ, ਤੈਨੂੰ ਤਾਂ ਐਵੇਂ ਹੀ ਵਹਿਮ ਹੈ, ਤੇਰਾ ਤਾਂ ਪਿੰਡਾ ਠੰਡਾ ਪਿਆ। ਕਹਿੰਦਾ ਇਹ ਸੁਣ ਕੇ ਤਾਇਆ ਜਿਹੜਾ ਉਹ ਗੁੱਸੇ ਦੇ ਨਾਲ ਕੜਕਿਆ, ਕਹਿੰਦਾ ਆ ਗਿਆ ਕਿੱਧਰੋਂ ਵੱਡਾ ਹਕੀਮ, ਇੱਥੇ ਤਾਂ ਵੱਡੇ ਵੱਡੇ ਧਨੰਤਰ ਹਾਰ ਗਏ, ਤੂੰ ਕਿਹੜਿਆਂ ਚੋਂ ਆ? ਵਹਿਮ ਤੈਨੂੰ ਹੈ, ਮੈਨੂੰ ਨਹੀਂ, ਮੈਨੂੰ ਤਾਂ ਭਾਖ ਹੈ। ਤਾਂ ਉਹ ਇਸ ਬਾਰੇ ਦੱਸਦਾ ਸੀ ਕਿ ਮੈਂ ਬਹੁਤ ਤੋੜ ਪੋੜ ਕਰਦਾ ਪਰ ਇਹ ਭਾਖ ਹੈ ਜਿਹੜੀ ਉਹ ਮੇਰਾ ਖਹਿੜਾ ਹੀ ਨਹੀਂ ਛੱਡਦੀ। ਤਾਂ ਇਸ ਗੱਲ ਨੂੰ ਸੂਬਾ ਸਿੰਘ ਨੇ ਅਜਿਹੇ ਪ੍ਰਤੀਕਾਂ ਦੇ ਨਾਲ, ਚਿੰਨ੍ਹਾਂ ਦੇ ਨਾਲ ਪੇਸ਼ ਕੀਤਾ, ਜਿਵੇਂ ਉਹ ਕਹਿੰਦਾ ਕਿ ਇਹ ਗੱਲ ਦੱਸਦਿਆਂ ਤਾਇਆ ਕਿਸ ਤਰ੍ਹਾਂ ਦਾ ਲੱਗਦਾ ਸੀ, ਜਿਵੇਂ ਉਹਨੇ ਪੱਠਿਆਂ ਵਿੱਚ ਵਾਲਾਂ ਵਾਲਾ ਗੁੱਛਾ ਖਾ ਲਿਆ, ਉਸ ਤਰ੍ਹਾਂ ਨਾਲ ਉਹ ਖੰਘਣਾ ਸ਼ੁਰੂ ਕਰ ਦਿੰਦਾ, ਇੰਨੇ ਜ਼ੋਰ ਨਾਲ ਕਿ ਅੱਖਾਂ ਦੇ ਵਿੱਚ ਗਲੇਡੂ ਆ ਜਾਂਦੇ ਆ। ਠੀਕ ਹੈ, ਤਾਂ ਨਾਲੇ ਉਹ ਇਸ ਦੇ ਨਾਲ ਹੀ ਦੱਸਦਾ ਕਿ ਉਹਨੇ ਬਹੁਤਾ ਬੁਰੂ ਖਾ ਜਾਣ ਵਾਲੇ ਵੈੜਕੇ ਦੀਆਂ ਨਜ਼ਰਾਂ ਨਾਲ ਮੈਨੂੰ ਤੱਕਿਆ ਜਦੋਂ ਮੈਂ ਉਹਨੂੰ ਕਿਹਾ ਕਿ ਕੀ ਗੱਲ ਹੋ ਗਈ ਤਾਇਆ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਇਸ ਲੇਖ ਦੇ ਵਿੱਚ ਹਾਸਾ ਪੈਦਾ ਕਰਦੀਆਂ। ਤਾਂ ਇਹ ਗੱਲ ਸੁਣਾਉਂਦਿਆਂ ਲੇਖਕ ਦੱਸਦਾ ਹੈ ਕਿ ਉਹਨੇ ਕਿੰਨੀ ਦੇਰ ਤੱਕ, ਕੋਈ 5 ਸਾਲ ਤੱਕ ਇਹ ਵਹਿਮ ਨਹੀਂ ਛੱਡਿਆ। ਦਰਜਨਾਂ ਹੀ ਥਰਮਾਮੀਟਰ ਭੰਨ ਤੇ ਫੇਰ ਕਿਤੇ ਉਹਦੇ ਮਨ ਦੇ ਵਿੱਚੋਂ ਇਹ ਵਹਿਮ ਨਿਕਲਿਆ ਕਿ ਹੁਣ ਮੈਨੂੰ ਕੋਈ ਭੱਖ ਨਹੀਂ, ਕੋਈ ਬੁਖਾਰ ਨਹੀਂ। ਕਹਿੰਦਾ ਮੈਂ ਤਾਂ ਬਾਰ-ਬਾਰ ਤਾਏ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਸੀ, ਪਰ ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰੇਨ, ਭਾਵ ਵਹਿਮੀਆਂ ਦੇ ਨਾਲ ਕੋਈ ਅਕਲ ਵਾਲਾ ਮੁਕਾਬਲਾ ਨਹੀਂ ਕਰ ਸਕਦਾ। ਤਾਂ ਉਸ ਤੋਂ ਬਾਅਦ ਦੇ ਵਿੱਚ ਤਾਇਆ ਮਨਸਾ ਰਾਮ ਜਦੋਂ ਇਹ ਵਹਿਮ ਛੱਡ ਦਿੰਦਾ ਫਿਰ ਕੀ ਹੁੰਦਾ? ਫਿਰ ਕਈ ਮਹੀਨੇ ਉਹਨੂੰ ਇਹ ਵਹਿਮ ਰਹਿੰਦਾ ਹੈ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਦੇ ਨਾਲ ਜੁੜੇ ਹੋਏ ਹੈ, ਤੇ ਜਦੋਂ ਕਿਸੇ ਦੇ ਨਾਲ ਅਸੀਂ ਹੱਥ ਮਿਲਾਉਂਦੇ ਆ ਜਾਂ ਕਿਸੇ ਦੇ ਕੋਲ ਬੈਠਦੇ ਆ, ਕਿਸੇ ਨੂੰ ਮਿਲਦੇ ਆ, ਤਾਂ ਉਹ ਕੀਟਾਣੂ ਹੈ ਜਿਹੜੇ ਉਹ ਦੂਸਰੇ ਤੱਕ ਪਹੁੰਚ ਜਾਂਦੇ। ਤਾਂ ਜੇ ਹੁਣ ਤਾਇਆ ਮਨਸਾ ਰਾਮ ਹੈ ਜਿਹੜਾ ਉਹ ਕਦੇ ਕਿਸੇ ਨੂੰ ਹੱਥ ਮਿਲਾ ਲੈਂਦਾ ਸੀ ਤਾਂ ਕੀਟਾਣੂ ਝਾੜਨ ਲਈ ਅੱਧਾ ਘੰਟਾ ਸਾਬਣ ਮਲ ਕੇ ਹੱਥ ਧੋਂਦਾ ਰਹਿੰਦਾ ਸੀ। ਜੇ ਕੋਈ ਆ ਕੇ ਮਿਲਣ ਆ ਜਾਂਦਾ ਉਹਨੂੰ, ਉਹਦੀ ਕੁਰਸੀ ਤੇ ਜਾਂ ਮੰਜੇ ਤੇ ਬਹਿ ਜਾਂਦਾ, ਤਾਂ ਉਸ ਤੋਂ ਬਾਅਦ ਉਹ ਚਾਦਰ ਨੂੰ ਗਰਮ ਪਾਣੀ ਨਾਲ ਧੋਂਦਾ ਤੇ ਉਸ ਤੋਂ ਬਾਅਦ ਉਹ ਤਰ੍ਹਾਂ ਨਾਲ ਕੋਸ਼ਿਸ਼ ਕਰਦਾ ਕਿ ਇਹਨਾਂ ਕੀਟਾਣੂਆਂ ਨੂੰ ਇੱਥੋਂ ਕੱਢਿਆ ਜਾਵੇ। ਮੰਜੇ ਨੂੰ ਧੁੱਪੇ ਰੱਖਦਾ, ਕਦੇ ਸੋਟੀ ਨਾਲ ਝਾੜਦਾ ਤੇ ਨਾਲ ਬੋਲੀ ਜਾਂਦਾ ਕਿ ਵੱਡੇ ਆ ਗਏ ਮੈਨੂੰ ਮਿਲਣ, ਰਿਹਾ ਨਹੀਂ ਸੀ ਜਾਂਦਾ ਇਹਨਾਂ ਨੂੰ ਮੈਨੂੰ ਮਿਲੇ ਬਿਨਾਂ। ਤਾਂ ਕੀਟਾਣੂਆਂ ਤੋਂ ਮੁਕਤ ਕਰਨ ਦੇ ਲਈ ਕੁਰਸੀ ਨੂੰ ਵੀ ਉਹ ਉਬਲਦੇ ਪਾਣੀ ਦੇ ਨਾਲ ਧੋਂਦਾ ਤੇ ਉਹਦੇ ਉੱਪਰ ਕੋਈ ਕੀਟਨਾਸ਼ਕ ਪਾਊਡਰ ਹੈ ਜਿਹੜਾ ਉਹ ਧੂੜਦਾ ਫਿਰਦਾ। ਤਾਂ ਹੁਣ ਤਾਇਆ ਮਨਸਾ ਰਾਮ ਹੈ ਜਿਹੜਾ ਅਜਿਹਾ ਇਹਨੂੰ ਵਹਿਮ ਸੀ ਬੇਟਾ। ਇਹਦੇ ਨਾਲ ਸੰਬੰਧਿਤ ਇੱਕ ਬਹੁਤ ਹੀ ਦਿਲਚਸਪ ਘਟਨਾ ਦਾ ਵਰਣਨ ਕਰਦਾ ਹੈ ਲੇਖਕ। ਕਹਿੰਦਾ ਇੱਕ ਦਿਨ ਕੋਈ ਮਿਲਣ ਆਉਂਦਾ ਤਾਇਆ ਮਨਸਾ ਰਾਮ ਨੂੰ ਤੇ ਕੋਲ ਹੀ ਗੁਆਂਢੀਆਂ ਦਾ ਕੋਈ ਜਵਾਕ ਖੇਡਦਾ ਹੁੰਦਾ। ਉਹ ਸੋਚਦਾ ਹੈ ਕਿ ਇਹ ਜਵਾਕ ਹੈ ਜਿਹੜਾ ਉਹ ਤਾਇਆ ਮਨਸਾ ਰਾਮ ਦਾ ਕੋਈ ਪੋਤਾ ਹੋਣਾ, ਰਿਸ਼ਤੇਦਾਰ ਹੋਣਾ, ਤਾਂ ਉਹ ਪਿਆਰ ਨਾਲ ਉਹਦਾ ਮੂੰਹ ਚੁੰਮ ਲੈਂਦਾ। ਤੇ ਇੱਥੇ ਹੀ ਤਾਇਆ ਮਨਸਾ ਰਾਮ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਇਸ ਜਵਾਕ ਦੇ ਵਿੱਚ ਆ ਗਈਆਂ, ਬਿਮਾਰੀਆਂ ਦੇ ਕੀਟਾਣੂ। ਉਹ ਤਾਂ ਫੜਦਾ ਹੈ ਉਸ ਮੁੰਡੇ ਨੂੰ, ਆਪਣੀ ਕੱਛ ਦੇ ਵਿੱਚ ਨੱਪਦਾ, ਜਿਉਂ ਉਹਦੇ ਮੂੰਹ ਨੂੰ ਰਗੜ ਕੇ ਸਾਬਣ ਨਾਲ ਧੋਣ ਲੱਗਦਾ, ਮੁੰਡਾ ਚੀਕਦਾ, ਚਾਂਗਣਾ ਮਾਰਦਾ, ਪਰ ਤਾਇਆ ਜਿਹੜਾ ਉਹ ਘਰੋੜ ਕੇ ਗੱਲਾਂ ਤੇ ਕੰਨਾਂ ਦੇ ਵਿੱਚੋਂ ਲਹੂ ਕੱਢ ਛੱਡਦਾ ਜਵਾਕ ਦੇ। ਹੁਣ ਜਵਾਕ ਦੀਆਂ ਲੇਰਾਂ ਸੁਣ ਕੇ ਉਹਦੇ ਰਿਸ਼ਤੇਦਾਰ ਆ ਜਾਂਦੇ। ਉਹ ਤਾਂ ਸ਼ੁਕਰ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਤਾਏ ਨੂੰ ਤਰ੍ਹਾਂ ਦੇ ਵਹਿਮ ਰਹਿੰਦੇ ਆ, ਤਾਂ ਹੀ ਉਹ ਤਾਏ ਨੂੰ ਕੁਛ ਨਹੀਂ ਕਹਿੰਦੇ, ਨਹੀਂ ਤਾਂ ਉਹਨਾਂ ਨੇ ਤਾਏ ਦੀ, ਲੇਖਕ ਕਹਿੰਦਾ, ਉੱਥੇ ਹੀ ਕਪਾਲ ਕਿਰਿਆ ਕਰ ਦੇਣੀ ਸੀ। ਤਾਂ ਇਸ ਤਰ੍ਹਾਂ ਦੇ ਵਹਿਮ ਹੈ ਜਿਹੜੇ ਉਹ ਤਾਇਆ ਮਨਸਾ ਰਾਮ ਨੂੰ ਤਰ੍ਹਾਂ ਦੇ ਚੁੰਬੜੇ ਹੀ ਰਹਿੰਦੇ ਆ। ਹੁਣ ਇੱਥੇ ਹੀ ਬਸ ਨਹੀਂ ਹੁੰਦੀ, ਅੱਗੇ ਲੇਖਕ ਦੱਸਦਾ ਹੈ, ਕਹਿੰਦਾ ਇੱਕ ਵਾਰ ਤਾਇਆ ਮਨਸਾ ਰਾਮ ਦਾ ਪੈਰ ਕੁੱਤੇ ਦੀ ਪੂਛ ਤੇ ਟਿਕ ਗਿਆ ਤੇ ਕੁੱਤਾ ਹੈ ਜਿਹੜਾ ਉਹ ਛੋਟਾ ਸੀ, ਕਤੂਰਾ ਸੀ, ਤੇ ਉਹ ਚੌਂ ਕਰਦਾ ਹੈ ਜਿਹੜਾ ਉਹ
ਦੂਰ ਭੱਜ ਗਿਆ ਤੇ ਦੂਰ ਭੱਜਦਾ ਹੋਇਆ ਭੌਂਕਣ ਲੱਗ ਪਿਆ। ਬਸ ਤਾਏ ਮਨਸੇ ਰਾਮ ਨੇ ਤਾਂ ਆਪਦਾ ਪੈਰ ਫੜ ਲਿਆ ਤੇ ਰੌਲਾ ਪਾਤਾ। ਕਹਿੰਦਾ ਲੋ ਕਰ ਗਿਆ ਕਾਰਾ। ਹੁਣ ਸਾਰੇ ਕਹਿੰਦੇ ਆਸੇ ਪਾਸੇ ਉਹਨੂੰ ਵੀ ਤੇਰੇ ਦੰਦ ਤਾਂ ਮਾਰਿਆ ਨਹੀਂ ਉਹਨੇ, ਸ਼ੁਕਰ ਹੈ ਤੂੰ ਤਾਂ ਬਚ ਗਿਆ, ਕੀ ਕਾਰਾ ਹੋਣਾ ਸੀ। ਪਰ ਨਾ, ਤਾਇਆ ਮਨਸਾ ਰਾਮ ਨਹੀਂ ਸਮਝਦਾ। ਉਹ ਕਹਿੰਦਾ ਤੁਹਾਨੂੰ ਨਹੀਂ ਪਤਾ, ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਹੀ ਵੱਢ ਜਾਂਦੇ ਆ। ਇਸ ਜਨੌਰਨ ਦੀ ਹਵਾੜ ਹੈ ਜਿਹੜੀ, ਉਹ ਤਾਂ ਮੇਰੇ ਪੈਰ ਤੇ ਲੱਗ ਗਈ ਨਾ। ਬਸ ਫੇਰ ਕੀ ਹੋਇਆ, ਤਾਇਆ ਮਨਸਾ ਰਾਮ ਨੇ ਬੇਟਾ 14 ਟੀਕੇ ਆਪਦੀ ਵੱਖੀ ਚ ਲਵਾਏ। ਉਸ ਤੋਂ ਬਾਅਦ ਉਹਨੂੰ ਕਿੰਨੀ ਦੇਰ ਇਹ ਵਹਿਮ ਰਿਹਾ ਕਿ ਹਰ ਕੁੱਤਾ ਹੀ ਮੈਨੂੰ ਵੱਢਣ ਨੂੰ ਫਿਰਦਾ। ਕਈ ਸਾਲ ਭਰ ਜਦੋਂ ਉਹਨੂੰ ਕੋਈ ਕਤੂਰਾ ਦਿਖ ਜਾਂਦਾ ਤਾਂ ਉਹ ਭੱਜ ਲੈਂਦਾ ਉੱਥੋਂ ਹੀ। ਤਾਂ ਇੱਥੇ ਹੀ ਨਹੀਂ ਬਸ ਹੋਈ ਬੇਟਾ, ਤਾਇਆ ਮਨਸਾ ਰਾਮ ਹੈ ਜਿਹੜਾ, ਉਹਨੇ ਹਜੇ ਵਹਿਮ ਮਾੜਾ ਮੋਟਾ ਛੱਡਿਆ ਹੀ ਸੀਗਾ ਕਿ ਹੋਰ ਉਹਨੂੰ ਇੱਕ ਵਹਿਮ ਚੁੰਬੜ ਗਿਆ। ਇੱਕ ਵਾਰ ਲੇਖਕ ਕਹਿੰਦਾ ਅੱਧੀ ਰਾਤ ਆ ਕੇ ਉਹਨੇ ਮੇਰਾ ਦਰਵਾਜ਼ਾ ਖੜਕਾਇਆ। ਤਾਂ ਅੱਧੀ ਰਾਤ ਮੈਂ ਪੁੱਛਿਆ ਕੀ ਗੱਲ ਹੋ ਗਈ ਤਾਇਆ, ਸੁੱਖ ਤਾਂ ਹੈ? ਤਾਂ ਕਹਿੰਦਾ ਸੁੱਖ ਹੁੰਦੀ ਤਾਂ ਮੈਂ ਤੇਰੇ ਕੋਲ ਦੁੱਧ ਬਣਾਉਣ ਆਉਣਾ ਸੀਗਾ। ਤਾਂ ਮੇਰੇ ਤਾਂ ਗੋਡੇ ਦੀ ਚੱਪਣੀ ਵੱਲ ਦੇਖ। ਕਹਿੰਦਾ ਮੈਨੂੰ ਚੱਪਣੀ ਤੇ ਕੁਛ ਲੱਗਿਆ ਨਾ। ਮੈਂ ਪੁੱਛਿਆ ਕਿ ਕੀ ਗੱਲ ਹੋ ਗਈ। ਕਹਿੰਦਾ ਮੈਂ ਉੱਥੇ ਜਾ ਡਿੱਗਿਆ ਜਿੱਥੇ ਘੋੜਿਆਂ ਦੀ ਲਿੱਦ ਪਈ ਸੀ। ਹੁਣ ਤਾਂ ਮੈਂ ਛੇਤੀ ਟੀਕਾ ਲਵਾਉਣਾ, ਨਹੀਂ ਤਾਂ ਬਸ ਟੈਟਨਸ ਨਾਲ ਮਰ ਜਾਊਂਗਾ। ਤਾਂ ਹੁਣ ਲੇਖਕ ਸਮਝਾਵੇ ਤੇ ਤਾਇਆ ਮਨਸਾ ਰਾਮ ਕਿੱਥੇ ਸਮਝਦਾ। ਅੱਧੀ ਰਾਤ ਨੂੰ ਇੰਨੇ ਡਾਕਟਰਾਂ ਦੇ ਦਰਵਾਜ਼ੇ ਖੜਕਾਏ ਤਾਂ ਇੱਕ ਡਾਕਟਰ ਜਿਹਨੂੰ ਪਤਾ ਹੀ ਸੀ ਤਾਏ ਬਾਰੇ, ਉਹਨੇ ਖੋਲ ਲਿਆ ਦਰਵਾਜ਼ਾ। ਨਾਲੇ ਉਹਨੇ ਟੀਕਾ ਲਾਇਆ, ਨਾਲੇ ਉਹਨੇ ਬਹੁਤ ਸਾਰੇ ਪੈਸੇ ਲਏ। ਤੇ ਫੇਰ ਕਿਤੇ ਤਾਏ ਮਨਸੇ ਰਾਮ ਨੂੰ ਮਾੜੀ ਮੋਟੀ ਤਸੱਲੀ ਹੋਈ। ਇਹ ਤਾਂ ਸੀਗੇ ਵੱਡੇ ਵਹਿਮ। ਇਸ ਤੋਂ ਇਲਾਵਾ ਹੋਰ ਅਨੇਕਾਂ ਛੋਟੇ ਮੋਟੇ ਵਹਿਮ ਹੈ ਜਿਹੜੇ ਤਾਇਆ ਮਨਸਾ ਰਾਮ ਕਰੀ ਰੱਖਦਾ ਸੀ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਜੇ ਕਿਤੇ ਅਖਬਾਰ ਤੇ ਉਹ ਪੜ੍ਹ ਲੈਂਦਾ ਕਿ ਕੋਈ ਦੁਰਘਟਨਾ ਹੋ ਗਈ, ਕੋਈ ਟੱਕਰ ਹੋ ਗਈ, ਬੱਸਾਂ ਦੀ ਹੋਈ ਜਾਂ ਹਵਾਈ ਜਹਾਜ਼ ਡਿੱਗ ਪਿਆ, ਤਾਂ ਨਾਲ ਦੀ ਨਾਲ ਆਖਦਾ ਲੈ ਭਾਈ ਪਾਥੀਆਂ ਵਾਲਾ ਗੱਡਾ ਅੱਗੋਂ ਮਿਲਿਆ ਸੀ। ਹੁਣ ਤਾਂ ਸਾਡੇ ਪਿੰਡ ਦਾ ਪਤਾ ਨਹੀਂ ਉਹ ਫਲਾਣਾ ਆਦਮੀ ਬਚਿਆ ਹੋਊਗਾ ਕਿ ਨਹੀਂ। ਭਾਵ ਕਿਤੇ ਕੋਈ ਦੁਰਘਟਨਾ ਹੋ ਜਾਂਦੀ, ਉਹਨੂੰ ਇਉਂ ਲੱਗਦਾ ਵੀ ਸਾਡੇ ਪਿੰਡ ਦਾ ਕੋਈ ਨਾ ਕੋਈ ਬੰਦਾ ਹੈ ਜਿਹੜਾ ਇਸ ਦੁਰਘਟਨਾ ਦੇ ਵਿੱਚ ਜ਼ਰੂਰ ਦੁਰਘਟਨਾਗ੍ਰਸਤ ਹੋ ਗਿਆ ਹੁਣ ਬੇਟਾ ਤਾਇਆ ਮਨਸਾ ਰਾਮ ਹੈ ਜਿਹੜਾ, ਉਹਦਾ ਸੁਭਾਅ ਹੀ ਐਸਾ ਸੀ। ਉਹਨੂੰ ਪਰਿਵਾਰ ਦੇ ਵਿੱਚੋਂ ਕੋਈ ਕਮੀ ਨਹੀਂ ਸੀ। ਚੰਗਾ ਪਰਿਵਾਰ ਸੀ, ਬੱਚੇ ਸੀ, ਪੜ੍ਹੇ ਲਿਖੇ ਸੀ, ਉਹਦੀ ਗੱਲ ਮੰਨਦੇ ਸੀ। ਪਰ ਫਿਰ ਵੀ ਜਦੋਂ ਉਹਦੇ ਤੋਂ ਕੋਈ ਹਾਲ ਚਾਲ ਪੁੱਛਦਾ, ਉਦੋਂ ਹੀ ਆਪਦੀਆਂ ਬਿਮਾਰੀਆਂ ਗਣਾਉਣ ਲੱਗ ਜਾਂਦਾ ਕਿ ਬਸ ਪੁੱਛੋ ਕੁਛ ਨਾ, ਮੰਦੇ ਹਾਲ ਤੇ ਬੈਂਕੇ ਦਿਹਾੜੇ, ਨਾ ਗਰਮ ਚੀਜ਼ ਪਚਦੀ ਹੈ ਨਾ ਬਾਦੀ, ਢਿੱਡ ਵਿੱਚ ਫਾਰਾ ਨਹੀਂ ਹਟਦਾ, ਸਿਰ ਨੂੰ ਚੱਕਰ ਆਉਂਦੇ ਆ, ਲੱਕ ਤੋਂ ਉੱਠਿਆ ਨਾ ਜਾਏ ਤਾਂ ਆਦਮੀ ਕੀ ਕਰੇ, ਅੱਖਾਂ ਚੋਂ ਸੇਕ ਨਿਕਲਦਾ, ਸਾਹ ਨਾਲ ਸਾਹ ਨਹੀਂ ਰਲਦਾ, ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੱਡਿਆ। ਤਾਂ ਉਹ ਹਰ ਗੱਲ ਤੇ ਰੋਂ 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 ਕਰਦਾ ਹੀ ਰਹਿੰਦਾ ਸੀ। ਕੁਛ ਪੁੱਛ ਲਓ ਬਸ ਉਹਨੂੰ ਇਉਂ ਲੱਗਦਾ ਸੀ ਕਿ ਕੁਛ ਮਾੜਾ ਹੈ ਜਿਹੜਾ ਉਹ ਹੋਇਆ ਹੀ ਪਿਆ ਮੇਰੇ ਨਾਲ। ਮੈਂ ਤਾਂ ਕਦੇ ਵੀ ਤੰਦਰੁਸਤ ਨਹੀਂ, ਠੀਕ ਨਹੀਂ, ਮੈਨੂੰ ਤਾਂ ਕੋਈ ਨਾ ਕੋਈ ਸਮੱਸਿਆ ਹੈ ਜਿਹੜੀ ਉਹ ਆਈ ਰਹਿੰਦੀ ਹੈ। ਇੱਕ ਵਾਰ ਬੇਟਾ ਕੀ ਹੋਇਆ ਕਿ ਤਾਏ ਮਨਸੇ ਰਾਮ ਨੇ ਕਿਤੇ ਸੁਣ ਲਿਆ ਕਿ ਕੋਈ ਬਹੁਤ ਵੱਡਾ ਆਦਮੀ ਹੈ ਜਿਹੜਾ, ਉਹਦੀ ਦਿਲ ਦੀ ਹਰਕਤ ਬੰਦ ਹੋ ਗਈ ਤੇ ਉਹ ਮਰ ਗਿਆ। ਬਸ ਉਸ ਤੋਂ ਬਾਅਦ ਉਹਨੂੰ ਇਹ ਵਹਿਮ ਹੋ ਗਿਆ ਵੀ ਮੇਰਾ ਦਿਲ ਵੀ ਹੁਣ ਤਾਂ ਬਸ ਫੇਲ ਹੋਇਆ ਕਿ ਨਹੀਂ ਹੋਇਆ। ਬਸ ਉਹ ਹੱਥ ਲਾ ਲਾ ਕੇ ਦੇਖਦਾ ਵੀ ਮੇਰਾ ਦਿਲ ਧੜਕਦਾ ਕਿ ਨਹੀਂ ਧੜਕਦਾ। ਇੱਕ ਵਾਰ ਲੇਖ ਤੋਂ ਪੁੱਛਣ ਲੱਗ ਗਿਆ, ਕਹਿੰਦਾ ਮੈਨੂੰ ਤਾਂ ਇਉਂ ਲੱਗਦਾ ਜਿਵੇਂ ਮੇਰਾ ਦਿਲ ਹੀ ਨਹੀਂ ਧੜਕਦਾ। ਤਾਂ ਲੇਖ ਦੱਸਦਾ ਹੈ ਵੀ ਸੱਜੇ ਪਾਸੇ ਕਿਵੇਂ ਧੜਕੇ। ਤਾਂ ਬੇਟਾ ਉਹ ਕਹਿੰਦਾ ਖੱਬੇ ਪਾਸੇ ਵੀ ਮੈਨੂੰ ਨਹੀਂ ਲੱਗਦਾ ਕਿ ਮੇਰਾ ਦਿਲ ਹੈ ਜਿਹੜਾ ਉਹ ਧੜਕਦਾ। ਤੇ ਬੇਟਾ ਇਹੋ ਜਿਹੀਆਂ ਗੱਲਾਂ ਕਰਦਾ ਕਰਦਾ ਉਹ ਲੇਖਕ ਨੂੰ ਕਹਿੰਦਾ ਮੈਨੂੰ ਤਾਂ ਡਾਕਟਰ ਦੇ ਵਿਖਾ ਕੇ ਆ, ਸ਼ਹਿਰ ਦੇ ਵਿੱਚ ਕਿਸੇ ਵੱਡੇ ਡਾਕਟਰ ਕੋਲ ਜਾ ਕੇ ਦਿਖਾ ਕੇ ਆਈਏ। ਪਰ ਡਾਕਟਰਾਂ ਦੇ ਵੱਸ ਦੀ ਨਹੀਂ ਹੁੰਦੀ ਇਹ ਬਿਮਾਰੀ। ਕੋਈ ਸਰੀਰਕ ਬਿਮਾਰੀ ਹੋਵੇ ਤਾਂ ਡਾਕਟਰ ਦਵਾਈ ਦੇਵੇ, ਕਿਉਂਕਿ ਵਹਿਮ ਨੇ ਤਾਏ ਮਨਸੇ ਰਾਮ ਨੂੰ। ਹੁਣ ਵਹਿਮਾਂ ਦੀ ਕੀ ਦਵਾਈ ਦੇਵੇ ਕੋਈ। ਤਾਂ ਇੱਕ ਵਾਰ ਦੀ ਗੱਲ ਸੁਣਾਉਂਦਾ ਹੈ ਲੇਖਕ, ਕਹਿੰਦਾ ਤਾਏ ਮਨਸੇ ਰਾਮ ਦੇ ਕਹਿਣ ਤੇ ਕੋਈ ਝਾੜਾ ਝੂੜਾ ਕਰਨ ਵਾਲੇ ਕੋਲ ਮੈਂ ਚਲਾ ਗਿਆ। ਜੀ ਤਾਂ ਨਹੀਂ ਸੀ ਕਰਦਾ, ਪਰ ਤਾਇਆ ਮੇਰੇ ਮਗਰ ਪੈ ਗਿਆ। ਉੱਥੇ ਜਾ ਕੇ ਉਹਨੇ ਕਿਹਾ ਕਿ ਇਸ ਆਦਮੀ ਦੇ ਤਾਂ ਸਿਰ ਹੀ ਨਹੀਂ ਹੈ,
ਤਾਂ ਅੱਖਾਂ ਬੰਦ ਕਰਕੇ ਤਾਇਆ ਮਨਸਾ ਰਾਮ ਕਹਿੰਦਾ ਵੀ ਹਾਂ ਮਹਾਰਾਜ, ਮੇਰੇ ਸਿਰ ਹੈ ਨਹੀਂ। ਤਾਂ ਲੇਖ ਕਹਿੰਦਾ ਮੈਨੂੰ ਤਾਂ ਇੰਨਾ ਗੁੱਸਾ ਆਇਆ ਵੀ ਜੇ ਤੇਰੇ ਸਿਰ ਨਹੀਂ ਹੈਗੇ ਤਾਂ ਫਿਰ ਤੂੰ ਪੱਗ ਕਾਹਦੇ ਤੇ ਬੰਨੀ ਹੋਈ ਹੈ। ਕਹਿੰਦਾ ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਤਾਏ ਨੂੰ ਕਿ ਤੇਰੇ ਸਿਰ ਹੈਗਾ। ਹੁਣ ਦੇਖੋ, ਇਹੋ ਜਿਹੇ ਵਹਿਮ ਵੀ ਲੋਕਾਂ ਨੂੰ ਹੋ ਜਾਂਦੇ ਆ। ਕਦੇ ਮੇਰਾ ਦਿਲ ਨਹੀਂ ਧੜਕਦਾ ਜਾਂ ਮੇਰੇ ਸਿਰ ਹੀ ਨਹੀਂ ਹੈਗਾ। ਜੇ ਇਸ ਤਰ੍ਹਾਂ ਦਾ ਵਹਿਮ ਕਿਸੇ ਨੂੰ ਹੋ ਜਾਵੇ ਤਾਂ ਕਿਵੇਂ ਉਸ ਦੇ ਵਹਿਮ ਤੋਂ ਉਸ ਨੂੰ ਛੁਟਕਾਰਾ ਦਿਵਾਏ। ਇਹ ਕਿਹੜਾ ਕੋਈ ਉਸ ਤਰ੍ਹਾਂ ਦੀ ਬਿਮਾਰੀ ਹੈ ਕਿ ਆਪਾਂ ਡਾਕਟਰ ਕੋਲ ਗਏ ਤੇ ਦਵਾਈ ਲੈ ਲਈ। ਇਹਦੇ ਲਈ ਲੰਬੀ ਗੱਲਬਾਤ ਕਰਨੀ ਪੈਂਦੀ ਹੈ, ਤੇ ਗੱਲਬਾਤ ਵੀ ਕੋਈ ਤਾਂ ਹੀ ਕਰੇ ਜੇ ਕੋਈ ਸਾਹਮਣੇ ਸੁਣੇ, ਕਿਉਂਕਿ ਤਾਇਆ ਮਨਸਾ ਰਾਮ ਹੈ ਜਿਹੜਾ, ਉਹ ਤਾਂ ਗੱਲ ਸੁਣਦਾ ਹੀ ਨਹੀਂ ਸੀ। ਤਾਂ ਹੁਣ ਲੇਖਕ ਕਹਿੰਦਾ ਪਰਸੋਂ ਦੀ ਗੱਲ ਹੈ, ਤਾਇਆ ਮਨਸਾ ਰਾਮ ਮੇਰੇ ਕੋਲੇ ਆਇਆ। ਅੱਖਾਂ ਉਹਨੇ ਪੁੱਠੀਆਂ ਕੀਤੀਆਂ ਹੋਈਆਂ, ਬੁੱਲ ਸੁੱਕੇ ਹੋਏ, ਬੜੀ ਮਰੀ ਜੀ ਆਵਾਜ਼ ਚ ਉਹਦੇ ਮੂੰਹੋਂ ਨਿਕਲਿਆ, ਛੇਤੀ ਕਰ, ਮੈਨੂੰ ਕਿਧਰੇ ਲੈ ਚੱਲ। ਤਾਂ ਕਹਿੰਦਾ, ਮੈਂ ਪੁੱਛਿਆ ਵੀ ਕੀ ਗੱਲ ਤਾਇਆ, ਸੁੱਖ ਤਾਂ ਹੈ? ਕਹਿੰਦਾ ਮੈਨੂੰ ਇਹ ਪੁੱਛਣ ਦੀ ਹੋਈ ਦੇਰ ਸੀ ਕਿ ਤਾਇਆ ਮਨਸਾ ਰਾਮ ਤਾਂ ਬਸ ਬੁਰੀ ਹਾਲਤ ਦੇ ਵਿੱਚ ਮੇਰੇ ਕੋਲ ਬੈਠ ਗਿਆ। ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ, ਜੇ ਅੱਜ ਸ਼ਾਮ ਤੱਕ ਕੁਛ ਨਾ ਕੀਤਾ ਗਿਆ ਤਾਂ ਸਮਝੋ ਮੈਂ ਤਾਂ ਹੈ ਨਹੀਂ। ਤੇ ਉੱਚੀ ਉੱਚੀ ਰੋਣ ਲੱਗ ਪਿਆ। ਕਹਿੰਦਾ ਜਦੋਂ ਮੈਂ ਪੁੱਛਿਆ ਵੀ ਤਾਇਆ ਕੀ ਗੱਲ ਹੈ, ਤਾਂ ਕਹਿੰਦਾ ਸ਼ਿੰਗਾਰੂ ਹੋਰਾਂ ਨੇ ਕੱਲ ਦੀ ਮਾਰ ਖੁੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਹੈ, ਤੂੰ ਵੇਖੀ ਨਹੀਂ? ਉਹਦੇ ਸਿੰਗਾਂ ਨਾਲ ਬੰਨੀਆਂ ਛੁਰੀਆਂ ਜਿਹੜੀਆਂ ਉਹ ਇਉਂ ਮੇਰੇ ਵੱਲ ਸਿੱਧੀਆਂ ਹੋਈਆਂ, ਕਿਉਂਕਿ ਉਹ ਮੇਰੇ ਵੈਰੀ ਹੈ। ਕਹਿੰਦਾ ਮੈਂ ਬਥੇਰਾ ਮੱਥਾ ਮਾਰਿਆ, ਭਾਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ, ਪਰ ਤਾਇਆ ਮਨਸਾ ਰਾਮ ਹਜੇ ਤੱਕ ਨਹੀਂ ਮੰਨਿਆ। ਕਿਵੇਂ ਮੰਨੇ? ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਹੈ ਜਿਹੜੇ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਕਿਉਂਕਿ ਕਿਸੇ ਨੂੰ ਮਨਾਉਣਾ ਬਹੁਤ ਹੀ ਮੁਸ਼ਕਲ ਹੈ। ਤਾਂ ਇੱਥੇ ਇਹ ਲੇਖ ਬੇਟਾ ਖਤਮ ਹੋ ਜਾਂਦਾ। ਹੁਣ ਦੇਖੋ, ਤਾਇਆ ਮਨਸਾ ਰਾਮ ਦੇ ਤਰ੍ਹਾਂ ਤਰ੍ਹਾਂ ਦੇ ਵਹਿਮ ਹੈ, ਕਿੰਨੀ ਤਰ੍ਹਾਂ ਦੇ ਉਹਨੂੰ ਵਹਿਮ ਹੁੰਦੇ ਹੈ। ਇਹ ਵਹਿਮਾਂ ਦਾ ਜਿਹੜਾ ਵਰਣਨ ਹੈ ਸੂਬਾ ਸਿੰਘ ਇਸ ਢੰਗ ਦੇ ਨਾਲ ਕਰਦਾ ਹੈ ਕਿ ਪਾਠ ਪੜ੍ਹਦੇ ਹੋਏ ਵਿਦਿਆਰਥੀ ਹੈ ਜਿਹੜੇ, ਉਹ ਹੱਸ ਦੂਰੇ ਹੋ ਜਾਂਦੇ ਆ। ਜਦੋਂ ਤੁਸੀਂ ਜਮਾਤ ਦੇ ਵਿੱਚ ਪਾਠ ਪੜ੍ਹੋਗੇ, ਇੱਕ ਵਾਰ ਆਪ ਘਰ ਪੜ੍ਹ ਕੇ ਦੇਖੋਗੇ ਤਾਂ ਤੁਹਾਨੂੰ ਬੜਾ ਹੀ ਹਾਸਾ ਆਉਣਾ। ਬਹੁਤ ਹੀ ਦਿਲਚਸਪ ਢੰਗ ਦੇ ਨਾਲ ਵਹਿਮਾਂ ਦਾ ਇਸ ਪਾਠ ਦੇ ਵਿੱਚ ਸੂਬਾ ਸਿੰਘ ਨੇ ਵਰਣਨ ਕੀਤਾ ਹੋਇਆ। ਅੱਗੇ ਬੇਟਾ ਇਸ ਪਾਠ ਦਾ ਅਭਿਆਸ ਹੈ। ਤਾਂ ਜੋ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਹੈ, ਇਹ ਸਾਰਾ ਇਸ ਵਾਰਤਕ ਲੇਖ ਦਾ ਸਾਰ ਹੈ। ਤਾਂ ਜੇ ਪੁੱਛਿਆ ਜਾਵੇ, ਜਿਵੇਂ ਅਭਿਆਸ ਦੇ ਵਿੱਚ ਪਹਿਲਾ ਹੀ ਪ੍ਰਸ਼ਨ ਹੈ, ਵਹਿਮੀ ਤਾਇਆ ਲੇਖ ਦਾ ਸਾਰ ਲਿਖੋ, ਤਾਂ ਇਹ ਸਾਰੇ ਦੇ ਸਾਰੇ ਜਿਹੜੇ ਵਹਿਮ ਹੈ ਇਹਨਾਂ ਦਾ ਵਰਣਨ ਕਰਨਾ, ਇਹੀ ਇਹਦਾ ਸਾਰ ਹੋ ਗਿਆ। ਦੂਸਰਾ ਪ੍ਰਸ਼ਨ ਹੈ, ਵਹਿਮੀ ਤਾਇਆ ਲੇਖ ਲਿਖਣ ਦਾ ਕੀ ਉਦੇਸ਼ ਹੈ? ਸੰਖੇਪ ਤੇ ਢੁਕਵਾਂ ਉੱਤਰ ਦਿਓ। ਹੁਣ ਲੇਖਕ ਹੈ ਜਿਹੜਾ, ਉਹ ਇਹ ਲੇਖ ਕਿਉਂ ਲਿਖਦਾ, ਕੀ ਉਹਦੇ ਮਨ ਦੇ ਵਿੱਚ ਉਦੇਸ਼ ਸੀ? ਕਿਉਂਕਿ ਉਹ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦਾ ਹੈ, ਪਾਠਕਾਂ ਨੂੰ, ਕਿ ਲੋਕਾਂ ਨੂੰ ਕਿੰਨੀ ਤਰ੍ਹਾਂ ਦੇ ਵਹਿਮ ਹੁੰਦੇ ਹੈ, ਤੇ ਇਹਨਾਂ ਵਹਿਮਾਂ ਦੇ ਨਾਲ ਨਜਿੱਠਣਾ ਕੋਈ ਸੌਖੀ ਗੱਲ ਨਹੀਂ। ਇਹਨਾਂ ਵਹਿਮਾਂ ਦੇ ਵਿੱਚੋਂ ਬਾਹਰ ਨਿਕਲਣਾ ਤੇ ਉਸ ਵਿਅਕਤੀ ਨੂੰ, ਵਹਿਮੀ ਨੂੰ ਬਾਹਰ ਕੱਢਣਾ ਬਹੁਤ ਹੀ ਮਿਹਨਤ ਵਾਲਾ ਕੰਮ ਹੈ। ਤੀਜਾ ਪ੍ਰਸ਼ਨ ਹੈ, ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰੇਨ। ਵਹਿਮੀਆਂ ਨਾਲ ਮੁਕਾਬਲਾ ਕਿਉਂ ਨਹੀਂ ਕੀਤਾ ਜਾ ਸਕਦਾ? ਸੰਖੇਪ ਵਿੱਚ ਚਰਚਾ ਕਰੋ। ਹੁਣ ਵਹਿਮੀਆਂ ਨਾਲ ਮੁਕਾਬਲਾ ਅਕਲ ਵਾਲੇ ਜੇ ਕਰਦੇ ਆ ਬੇਟਾ, ਤਾਂ ਹਮੇਸ਼ਾ ਅਕਲ ਹਾਰਦੀ ਹੈ, ਕਿਉਂਕਿ ਵਹਿਮੀ ਵਿਅਕਤੀ ਕਦੇ ਮੰਨਦਾ ਹੀ ਨਹੀਂ ਕਿ ਉਹਨੂੰ ਵਹਿਮ ਹੈ। ਉਹ ਤਾਂ ਆਪਦੇ ਆਪ ਨੂੰ ਹਮੇਸ਼ਾ ਸੱਚਾ ਸਾਬਿਤ ਕਰਦਾ, ਹਮੇਸ਼ਾ ਇਹੀ ਕਹਿੰਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਵਹਿਮ ਮੈਨੂੰ ਨਹੀਂ। ਉਹ ਤਾਂ ਸਗੋਂ ਇਹ ਕਹਿੰਦਾ ਕਿ ਵਹਿਮ ਸਾਹਮਣੇ ਵਾਲੇ ਨੂੰ ਹੈ। ਇਸ ਕਰਕੇ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਚੌਥਾ ਪ੍ਰਸ਼ਨ ਹੈ, ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ? ਇਸ ਕਥਨ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦਿਓ। ਹੁਣ ਬੇਟਾ ਆਪਾਂ ਤਾਂ ਇਸ ਕਥਨ ਦੇ ਪੱਖ ਦੇ ਵਿੱਚ ਹੀ ਦਲੀਲਾਂ ਦੇਵਾਂਗੇ, ਪਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਰੋਧ ਦੇ ਵਿੱਚ ਦਲੀਲ ਆਉਂਦੀ ਹੈ ਤਾਂ ਉਹ ਵੀ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਹਰ ਬਿਮਾਰੀ ਦਾ ਇਲਾਜ ਹੈ,
ਆਪਣੇ ਡਾਕਟਰ ਹੈ ਜਿਹੜੇ ਉਹ ਬਹੁਤ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੈ, ਵਿਗਿਆਨ ਨੇ ਬੜੀ ਤਰੱਕੀ ਕਰ ਲਈ ਹੈ, ਪਰ ਵਹਿਮੀ ਵਿਅਕਤੀ ਹੈ ਜਿਹੜਾ ਉਸ ਦਾ ਇਹ ਰੋਗ ਉਹਦੇ ਮਨ ਦਾ ਰੋਗ ਹੈ। ਮਨ ਦੇ ਰੋਗ ਹੈ ਜਿਹੜੇ ਉਹਨਾਂ ਨੂੰ ਸੌਖੀ ਤਰ੍ਹਾਂ ਦੇ ਨਾਲ ਨਹੀਂ ਹਟਾਇਆ ਜਾ ਸਕਦਾ। ਉਹਦੇ ਲਈ ਉਹਨਾਂ ਨਾਲ ਬਹੁਤ ਲੰਮੀ ਗੱਲਬਾਤ ਕਰਨੀ ਪੈਂਦੀ ਹੈ, ਉਹਨਾਂ ਦੇ ਮਨ ਨੂੰ ਸਮਝਣਾ ਪੈਂਦਾ ਹੈ। ਇਸ ਕਰਕੇ ਲੇਖਕ ਕਹਿੰਦਾ ਹੈ ਵੀ ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ